2009 ਦੇ ਵਿੱਚ ਮੈਂ ਨਾਰਾ ਦਿੱਤਾ ਸੀ ਕਿ ਸੰਗਰੂਰ ਦੇ ਉੱਪਰੋਂ ਪਛੜੇਪਣ ਦਾ ਦਾਗ ਉਤਾਰਨ ਵਾਸਤੇ ਵਿਜੇਂਦਰ ਸਿੰਗਲਾ ਦਿਨ ਰਾਤ ਕੰਮ ਕਰੂਗਾ। ਤੇ ਮੈਨੂੰ ਹਿੰਦੁਸਤਾਨ ਦੀ ਸਭ ਤੋਂ ਬੜੀ ਪੰਚਾਇਤ ਪਾਰਲੀਮੈਂਟ ਵਿੱਚ ਤੁਸੀਂ ਲੋਕਾਂ ਨੇ ਮੇਰੇ ਵਾਸਤੇ ਮਿਹਨਤ ਕੀਤੀ, ਦਿਨ ਰਾਤ ਤੁਸੀਂ ਮੇਰੇ ਵਾਸਤੇ ਕੰਮ ਕੀਤਾ, ਤੇ ਤਾਂ ਮੈਨੂੰ ਉੱਥੇ ਜਾ ਕੇ ਮੌਕਾ ਮਿਲਿਆ ਬੈਠਣ ਦਾ। ਚਾਹੇ ਮੈਂ ਕਦੇ ਦੂਜੇ ਸੂਬਿਆਂ ਵਿੱਚ ਚਲੇ ਜਾਣਾ ਤੇ ਚਾਹੇ ਕਦੇ ਦਿੱਲੀ ਚਲੇ ਜਾਣਾ, ਮੈਂ ਸਰੀਰਕ ਤੌਰ ਤੇ ਉੱਥੇ ਹੁੰਨਾ, ਪਰ ਮੇਰਾ ਮਨ ਤੇ ਮੇਰਾ ਦਿਮਾਗ ਭਵਾਨੀਗੜ੍ਹ ਤੇ ਸੰਗਰੂਰ ਦੇ ਵਿਕਾਸ ਦੇ ਕਾਰਜਾਂ ਵਾਸਤੇ ਲੱਗਿਆ ਰਹਿੰਦਾ। ਔਰ ਮੈਂ ਕਹਿਣਾ ਚਾਹੁੰਦਾ, ਅੱਜ ਆ ਸੰਕਟ ਦਾ ਮਾਹੌਲ ਚੱਲ ਰਿਹਾ ਸੀ ਪਿਛਲੇ 1.5-2 ਮਹੀਨਿਆਂ ਤੋਂ, ਜਿੰਨਾ ਪੈਸਾ ਹੋਰ ਮਨਜ਼ੂਰ ਹੋ ਸਕਦਾ ਸੀ ਸਾਡੇ ਸੰਗਰੂਰ ਤੇ ਭਵਾਨੀਗੜ੍ਹ ਵਾਸਤੇ, ਉਹ ਵੀ ਇਹ 1.5 ਮਹੀਨੇ ਵਿੱਚ ਮਨਜ਼ੂਰ ਕਰਾਇਆ। ਮਕਸਦ ਇਹ ਹੋਣਾ ਚਾਹੀਦਾ ਕਿ ਮੇਰੇ ਲੋਕ ਮੇਰੇ ਤੋਂ ਕੀ ਉਮੀਦ ਕਰਦੇ ਹਨ, ਮੇਰੇ ਲੋਕਾਂ ਦੀ ਜ਼ਰੂਰਤ ਕੀ ਹੈ, ਇਸ ਇਲਾਕੇ ਦੀ ਜ਼ਰੂਰਤ ਕੀ ਹੈ, ਇਸ ਇਲਾਕੇ ਦੀ ਤਰੱਕੀ ਵਾਸਤੇ ਕੀ ਜ਼ਰੂਰਤ ਹੈ। ਜੇ ਆਪਾਂ ਸ਼ਰੀਫ ਹੈ ਤੇ ਸ਼ਰਾਫਤ ਦੀ ਵੀ ਤਾਕਤ ਹੁੰਦੀ ਹੈ। ਸ਼ਰਾਫਤ ਦੇ ਨਾਲ ਰਾਜਨੀਤੀ ਕਰਨਾ, ਸ਼ਰਾਫਤ ਦੇ ਨਾਲ, ਸੱਚਾਈ ਨਾਲ, ਮਿਹਨਤ ਨਾਲ ਲੋਕਾਂ ਦੀ ਸੇਵਾ ਕਰਨਾ, ਇਹਦੇ ਵਿੱਚ ਵੀ ਆਪਣੀ ਇੱਕ ਤਾਕਤ ਹੁੰਦੀ ਹੈ। ਆ ਬਾਬਾ ਪੋਥੀ ਵਾਲੇ ਜੀ ਦੇ ਮੰਦਿਰ 'ਚ ਬੈਠੇ ਹੈ ਤੇ ਇਹਨਾਂ ਨੇ ਕਿੰਨਾ ਤਪ ਕੀਤਾ ਹੋਊ ਸਾਰੀ ਜ਼ਿੰਦਗੀ ਕਿ ਆਪਾਂ ਸਾਰੇ ਲੋਕ ਆ ਕੇ ਉਹਦੇ ਨਕਮਸਤਕ ਹੁੰਨੇ। ਅੱਜ ਬਾਬਾ ਪੋਥੀ ਵਾਲੇ ਜੀ ਦੇ ਸਥਾਨ ਤੇ ਇਕੱਤਰ ਹੋਏ ਮੇਰੇ ਕਾਂਗਰਸ ਪਰਿਵਾਰ ਦੇ ਸਾਰੇ ਸਤਿਕਾਰਤ ਆਗੂ ਸਾਹਿਬਾਨ, ਸ਼ਹਿਰ ਦੇ ਪਤਵੰਤੇ ਸੱਜਣ ਸਾਹਿਬਾਨ, ਕਾਉਂਸਲਰ ਸਾਹਿਬਾਨ, ਸਰਪੰਚ ਸਾਹਿਬਾਨ, ਪ੍ਰਧਾਨ ਸਾਹਿਬਾਨ ਤੇ ਸਾਡੇ ਸਾਰੇ ਇਸ ਇਲਾਕੇ ਦੇ ਪ੍ਰੈਸ ਦੇ ਮੇਰੇ ਉਹ ਸਾਥੀ ਜਿਨ੍ਹਾਂ ਦੇ ਮਨਾਂ ਦੇ ਵਿੱਚ ਅੱਜ ਦਿਲ ਤੋਂ ਇਸ ਗੱਲ ਦੀ ਖੁਸ਼ੀ ਹੈ ਕਿ ਸਾਡੇ ਇਸ ਇਲਾਕੇ ਨੂੰ ਦੁਬਾਰਾ ਪੰਜਾਬ ਦੀ ਵਜ਼ਾਰਤ ਦੇ ਵਿੱਚ ਜਗ੍ਹਾ ਮਿਲੀ ਹੈ। ਜਿੱਥੇ ਮੈਂ ਇਸ ਗੱਲ ਦੀ ਖੁਸ਼ੀ ਮਹਿਸੂਸ ਕਰਦਾ ਹਾਂ ਕਿ ਤੁਸੀਂ ਸਾਰਿਆਂ ਨੇ ਹਮੇਸ਼ਾ ਆਪਣੇ ਇਸ ਬੱਚੇ ਨੂੰ, ਆਪਣੇ ਇਸ ਛੋਟੇ ਭਰਾ ਨੂੰ ਤੁਸੀਂ ਸਾਰਿਆਂ ਨੇ ਹਮੇਸ਼ਾ ਬੜਾ ਪਿਆਰ ਕੀਤਾ, ਬੜਾ ਆਸ਼ੀਰਵਾਦ ਤੁਸੀਂ ਦਿੱਤਾ ਹੈ। ਤੁਸੀਂ ਲੋਕਾਂ ਨੇ ਮੇਰੀ ਗੱਲ ਤੇ ਵਿਸ਼ਵਾਸ ਕੀਤਾ ਔਰ ਮੈਨੂੰ ਹਮੇਸ਼ਾ ਇਸ ਇਲਾਕੇ ਦੀ ਜ਼ਿੰਮੇਵਾਰੀ ਨਿਭਾਉਣ ਵਾਸਤੇ ਮੌਕਾ ਦਿੱਤਾ। ਤੇ ਜੇ ਅੱਜ ਕਾਂਗਰਸ ਪਾਰਟੀ ਦੀ ਆਲਾ ਕਮਾਨ ਨੇ ਤੁਹਾਡੇ ਸਾਰਿਆਂ ਵੱਲੋਂ ਪਿਛਲੇ ਸਮੇਂ 'ਚ ਕੀਤੀਆਂ ਗਈਆਂ ਅਰਦਾਸਾਂ ਨੂੰ ਫੁੱਲ ਚਾੜੇ ਹੈ ਤੇ ਤੁਹਾਡਾ ਇਹ ਸੇਵਾਦਾਰ ਪੰਜਾਬ ਦੀ ਵਜ਼ਾਰਤ ਵਿੱਚ ਦੁਬਾਰਾ ਵਜ਼ੀਰ ਬਣੇ, ਉਸ ਗੱਲ ਦੀ ਵਧਾਈ ਸਾਡੇ ਸਾਰੇ ਕਾਂਗਰਸ ਦੇ ਪਰਿਵਾਰ ਜੋ ਸਾਹਮਣੇ ਬੈਠੇ ਤੁਹਾਨੂੰ ਸਾਰਿਆਂ ਨੂੰ। ਚੰਨੋ ਗੁਰਦੁਆਰਾ ਸਾਹਿਬ ਦੇ ਵਿੱਚ ਸਾਡੀ ਸੰਗਤ ਨੇ ਅਰਦਾਸ ਰੱਖੀ, ਬਲਦ ਕਲਾਂ ਗੁਰਦੁਆਰਾ ਸਾਹਿਬ ਦੇ ਵਿੱਚ ਆਪਣੇ ਕੁਝ ਪਿੰਡਾਂ ਦੇ ਲੋਕਾਂ ਨੇ ਅਰਦਾਸ ਰੱਖੀ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ। ਔਰ ਇਸੇ ਤਰੀਕੇ ਨਾਲ ਇਹ ਬਾਬਾ ਪੋਥੀ ਵਾਲੇ ਜੀ ਦੇ ਮੰਦਿਰ ਤੋਂ ਬਾਅਦ ਫੱਗੂ ਵਾਲੇ ਗੁਰਦੁਆਰਾ ਸਾਹਿਬ ਦੇ ਵਿੱਚ ਆਪਣੇ ਕੁਝ ਇਲਾਕੇ ਦੇ ਪਿੰਡਾਂ ਨੇ ਅਰਦਾਸ ਰੱਖੀ ਹੈ ਔਰ ਉਸ ਤੋਂ ਬਾਅਦ ਨਨਕਾਣਾ ਸਾਹਿਬ ਗੁਰਦੁਆਰੇ ਦੇ ਵਿੱਚ ਅਰਦਾਸ ਰੱਖੀ ਹੈ। ਮੈਂ ਖੁਸ਼ਕਿਸਮਤ ਹਾਂ ਜਿਸ ਨੂੰ ਇਸ ਇਲਾਕੇ ਦੇ ਲੋਕਾਂ ਨੇ ਇੰਨਾ ਮਾਣ ਤੇ ਸਤਿਕਾਰ ਦਿੱਤਾ ਹੈ, ਇੰਨਾ ਵਿਸ਼ਵਾਸ ਤੁਸੀਂ ਮੇਰੀ ਗੱਲ ਤੇ ਕੀਤਾ ਹੈ। ਮੇਰੇ ਕੰਮ ਬਾਰੇ ਤੂਰ ਸਾਹਿਬ ਗੱਲ ਕਰਕੇ ਗਏ ਹੈ, ਕੱਦ ਸਾਹਿਬ ਗੱਲ ਕਰਕੇ ਗਏ ਹੈ, ਸੁਖਮਿੰਦਰਪਾਲ ਸਿੰਘ ਤੂਰ ਸਾਹਿਬ ਬੋਲ ਕੇ ਗਏ ਹੈ, ਸਾਡੇ ਪੁਨੀਆ ਸਾਹਿਬ ਬੋਲ ਕੇ ਗਏ हैं, ਬਲਵਿੰਦਰ ਜੀ। ਕੰਮ ਕਰਨਾ ਨੁਮਾਇੰਦਿਆਂ ਦੀ ਜ਼ਿੰਮੇਵਾਰੀ ਹੁੰਦਾ ਹੈ। ਜ਼ਿੰਮੇਵਾਰੀ ਕੌਣ ਸਮਝਦਾ ਹੈ, ਇਹ ਔਖੀ ਗੱਲ ਹੁੰਦੀ ਹੈ। ਔਰ ਤੁਹਾਨੂੰ ਪਤਾ ਹੈ 2009 ਦੇ ਵਿੱਚ ਮੈਂ ਨਾਰਾ ਦਿੱਤਾ ਸੀ ਕਿ ਸੰਗਰੂਰ ਦੇ ਉੱਪਰੋਂ ਪਛੜੇਪਣ ਦਾ ਦਾਗ ਉਤਾਰਨ ਵਾਸਤੇ ਵਿਜੇਂਦਰ ਸਿੰਗਲਾ ਦਿਨ ਰਾਤ ਕੰਮ ਕਰੂਗਾ। ਯਾਦ ਹੋਣਾ, ਕਿੰਨਿਆਂ ਨੂੰ ਯਾਦ ਹੈ? ਮੈਂ ਕਿਹਾ ਸੀ 2009 ਦੇ ਵਿੱਚ, ਕਿਉਂਕਿ ਮੈਨੂੰ ਪਤਾ ਉਰੇ ਬਹੁਤ ਬੜੇ ਬੜੇ ਲੀਡਰ ਬੜੀ ਦੂਜੀ ਪਾਰਟੀਆਂ ਦੇ ਮੇਰੇ ਸਾਹਮਣੇ ਚੋਣ ਲੜ ਰਹੇ ਸੀ ਔਰ ਤੁਸੀਂ ਲੋਕਾਂ ਨੇ ਮੇਰੀ ਉਸ ਗੱਲ ਤੇ ਵਿਸ਼ਵਾਸ ਕੀਤਾ ਤੇ ਮੈਨੂੰ ਹਿੰਦੁਸਤਾਨ ਦੀ ਸਭ ਤੋਂ ਬੜੀ ਪੰਚਾਇਤ ਪਾਰਲੀਮੈਂਟ ਵਿੱਚ ਤੁਸੀਂ ਲੋਕਾਂ ਨੇ ਮੇਰੇ ਵਾਸਤੇ ਮਿਹਨਤ ਕੀਤੀ, ਦਿਨ ਰਾਤ ਤੁਸੀਂ ਮੇਰੇ ਵਾਸਤੇ ਕੰਮ ਕੀਤਾ ਤੇ ਤਾਂ ਮੈਨੂੰ ਉੱਥੇ ਜਾ ਕੇ ਮੌਕਾ ਮਿਲਿਆ ਬੈਠਣ ਦਾ। ਔਰ 5 ਸਾਲ ਲਗਾਤਾਰ
ਜੇ ਭਾਰਤ ਸਰਕਾਰ ਤੋਂ ਕੋਈ ਬੜੇ ਪ੍ਰੋਜੈਕਟ ਸਾਡੇ ਇਲਾਕੇ 'ਚ ਆ ਸਕਦੇ ਸੀ, ਉਹਨਾਂ ਦੀ ਮਨਜ਼ੂਰੀ ਕਰਾਈ ਤੇ ਸਾਡੇ ਇਲਾਕੇ ਵਿੱਚ ਉਹ ਪ੍ਰੋਜੈਕਟਾਂ ਨੂੰ ਲਿਆ ਕੇ ਰੱਖਿਆ। 14 ਦੀ ਗੱਲ ਆਈ, ਹਵਾ ਕਿਸੇ ਹੋਰ ਪਾਰਟੀ ਦੀ ਚੱਲਦੀ ਸੀ, ਲੋਕਾਂ ਨੇ ਕਿਸੇ ਹੋਰ ਤੇ ਵਿਸ਼ਵਾਸ ਕਰ ਲਿਆ। ਤੁਸੀਂ ਮਿਹਨਤ ਕੀਤੀ ਪਰ ਆਪਣੀ ਮਿਹਨਤ ਜਿੱਤ ਦੇ ਰੂਪ ਦੇ ਵਿੱਚ ਸਿਰੇ ਨਹੀਂ ਚੜ੍ਹ ਸਕੀ। ਲੇਕਿਨ ਜਿਹੜੇ ਦੂਜੇ ਲੋਕ ਆਏ, ਉਹਨਾਂ ਨੇ 5 ਸਾਲ ਉਰੇ ਰਾਜ ਕੀਤਾ, ਪਰ ਕੀ ਕੰਮ ਕੀਤਾ ਇਹ ਤੁਹਾਨੂੰ ਤੇ ਇਸ ਇਲਾਕੇ ਦੀ ਜਨਤਾ ਦੇ ਦਿਲਾਂ ਦੇ ਵਿੱਚ ਪਤਾ ਹੈ। ਨਾ ਮੈਂ ਕਦੇ ਕਿਸੇ ਦੀ ਕਾਰਗੁਜ਼ਾਰੀ ਤੇ ਟਿੱਪਣੀ ਕੀਤੀ ਹੈ ਤੇ ਨਾ ਮੈਂ ਕਦੇ ਕਿਸੇ ਤੇ ਉਂਗਲੀ ਚੱਕੀ ਹੈ। ਮੇਰਾ ਹਮੇਸ਼ਾ ਇੱਕੋ ਟੀਚਾ ਰਿਹਾ ਕਿ ਅਗਰ ਇਹ ਮੇਰਾ ਇਲਾਕਾ ਹੈ, ਮੇਰੇ ਲੋਕ ਹੈ ਜਿਹੜੇ ਮੈਨੂੰ ਪਿਆਰ ਕਰਦੇ हैं, मेरी ਜ਼ਿੰਮੇਵਾਰੀ है इस इलाके की तरक्की होना, मेरी ਜ਼ਿੰਮੇਵਾਰੀ है इलाके ਨੂੰ ਅੱਗੇ ਲੈ ਕੇ ਜਾਣਾ। ਔਰ ਸ਼ਾਇਦ ਜੇ ਪਿੰਡਾਂ ਦੇ ਲੋਕ ਬੈਠੇ हैं ਜਾਂ ਸਾਡੇ ਭਵਾਨੀਗੜ੍ਹ ਦੇ ਕੱਲੇ ਕੱਲੇ ਵਾਰਡ ਦੇ ਵਿੱਚ ਰਹਿਣ ਵਾਲੇ ਸਾਥੀ ਬੈਠੇ हैं, ਤੁਹਾਨੂੰ ਪਤਾ ਹੈ ਕਿ ਉਰੇ ਕੋਈ ਸੀਵਰੇਜ ਦੇ ਪ੍ਰੋਜੈਕਟ ਦੀ ਗੱਲ ਆਉਂਦੀ ਹੈ, ਉਰੇ ਪੀਣ ਵਾਲੇ ਪਾਣੀ ਦੀ ਪਾਈਪਲਾਈਨ ਦੀ ਗੱਲ ਆਉਂਦੀ ਹੈ, ਉਰੇ ਬੱਸ ਸਟੈਂਡ ਦੀ ਗੱਲ ਆਉਂਦੀ ਹੈ, ਉਰੇ ਪਾਰਕ ਦੀ ਗੱਲ ਆਉਂਦੀ ਹੈ, ਉਰੇ ਹਸਪਤਾਲ ਨੂੰ ਅਪਗ੍ਰੇਡ ਕਰਨ ਦੀ ਗੱਲ ਆਉਂਦੀ ਹੈ, ਕਿਸੇ ਨੂੰ ਕਹਿਣ ਦੀ ਲੋੜ ਨਹੀਂ ਪੈਂਦੀ। ਮੈਂ ਤੇ ਅਸੀਂ ਸਾਰੇ ਮਿਲ ਕੇ ਆਪਣੇ ਇਲਾਕੇ ਦੀ ਤਰੱਕੀ ਵਾਸਤੇ ਦਿਨ ਰਾਤ ਕੰਮ ਕਰਨ ਵਾਸਤੇ ਵਚਨਬੱਧ ਹੈ। ਔਰ ਮੇਰੇ ਮਨ ਦੇ ਵਿੱਚ ਇੱਕੋ ਹੀ ਟੀਚਾ ਹੈ। ਅੱਜ 17 ਆਇਆ ਸੀ ਤੇ ਫਿਰ ਤੁਸੀਂ ਇਸ ਇਲਾਕੇ ਦੇ ਲੋਕਾਂ ਨੇ ਮੈਨੂੰ ਮੌਕਾ ਦਿੱਤਾ। ਤੁਸੀਂ ਸਾਰਿਆਂ ਨੇ ਮੇਰੀਆਂ ਖੱਬੀਆਂ ਸੱਜੀਆਂ ਬਾਹਾਂ ਬਣ ਕੇ ਮੇਰੇ ਵਾਸਤੇ ਕੰਮ ਕੀਤਾ, ਪਾਰਟੀ ਵਾਸਤੇ ਕੰਮ ਕੀਤਾ, ਪਾਰਟੀ ਨੂੰ ਤਕੜੇ ਤਰੀਕੇ ਨਾਲ ਜਿਤਾਇਆ। ਔਰ ਆਪਾਂ ਅੱਜ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਬੈਠ ਕੇ ਇਸ ਇਲਾਕੇ ਦੀ ਆਵਾਜ਼ ਨੂੰ, ਇਸ ਇਲਾਕੇ ਦੀਆਂ ਮੁਸ਼ਕਲਾਂ ਨੂੰ ਰੱਖਣ ਵਾਸਤੇ ਤੁਸੀਂ ਮੈਨੂੰ ਮੌਕਾ ਦਿੱਤਾ। 4.5 ਸਾਲ ਦਾ ਸਮਾਂ ਬੀਤਿਆ। ਚਾਹੇ ਮੈਂ ਕਦੇ ਬੰਬੇ ਚਲੇ ਜਾਣਾ ਪਾਰਟੀ ਦੇ ਕੰਮ ਵਾਸਤੇ, ਚਾਹੇ ਮੈਂ ਕਦੇ ਦੂਜੇ ਸੂਬਿਆਂ ਵਿੱਚ ਚਲੇ ਜਾਣਾ ਤੇ ਚਾਹੇ ਕਦੇ ਦਿੱਲੀ ਚਲੇ ਜਾਣਾ, ਮੈਂ ਸਰੀਰਕ ਤੌਰ ਤੇ ਉੱਥੇ ਹੁੰਨਾ, ਪਰ ਮੇਰਾ ਮਨ ਤੇ ਮੇਰਾ ਦਿਮਾਗ ਭਵਾਨੀਗੜ੍ਹ ਤੇ ਸੰਗਰੂਰ ਦੇ ਵਿਕਾਸ ਦੇ ਕਾਰਜਾਂ ਵਾਸਤੇ ਲੱਗਿਆ ਰਹਿੰਦਾ ਹੈ। ਔਰ ਮੈਂ ਕਹਿਣਾ ਚਾਹੁੰਦਾ, ਅੱਜ ਆ ਸੰਕਟ ਦਾ ਮਾਹੌਲ ਚੱਲ ਰਿਹਾ ਸੀ ਪਿਛਲੇ 1.5-2 ਮਹੀਨਿਆਂ ਤੋਂ, ਜਿੰਨਾ ਪੈਸਾ ਹੋਰ ਮਨਜ਼ੂਰ ਹੋ ਸਕਦਾ ਸੀ ਸਾਡੇ ਸੰਗਰੂਰ ਤੇ ਭਵਾਨੀਗੜ੍ਹ ਵਾਸਤੇ, ਉਹ ਵੀ ਇਹ 1.5 ਮਹੀਨੇ ਵਿੱਚ ਮਨਜ਼ੂਰ ਕਰਾਇਆ। ਕਦੇ ਇਹ ਨਹੀਂ ਸੋਚਿਆ ਕਿ ਮੇਰੀ ਕੁਰਸੀ ਚਲੀ ਜਾਊਗੀ। ਕੁਰਸੀਆਂ ਆਉਂਦੀਆਂ ਜਾਂਦੀਆਂ ਰਹਿੰਦੀਆਂ, ਇਹਦਾ ਫਰਕ ਨਹੀਂ ਪੈਂਦਾ। ਮਕਸਦ ਤਾਂ ਮਨ ਦੇ ਵਿੱਚ ਸੇਵਾ ਦੀ ਭਾਵਨਾ ਦਾ ਹੋਣਾ ਚਾਹੀਦਾ ਹੈ। ਮਕਸਦ ਇਹ ਹੋਣਾ ਚਾਹੀਦਾ ਹੈ ਕਿ ਮੇਰੇ ਲੋਕ ਮੇਰੇ ਤੋਂ ਕੀ ਉਮੀਦ ਕਰਦੇ हैं, ਮੇਰੇ ਲੋਕਾਂ ਦੀ ਜ਼ਰੂਰਤ ਕੀ ਹੈ, ਇਸ ਇਲਾਕੇ ਦੀ ਜ਼ਰੂਰਤ ਕੀ ਹੈ, ਇਸ ਇਲਾਕੇ ਦੀ ਤਰੱਕੀ ਵਾਸਤੇ ਕੀ ਜ਼ਰੂਰਤ ਹੈ। ਅੱਜ ਮੈਂ ਪਹਿਲਾਂ ਵੀ ਕਿਹਾ ਸੀ ਕਿ ਭਵਾਨੀਗੜ੍ਹ ਦਾ ਕੋਈ ਘਰ ਬਿਨਾਂ ਸੀਵਰੇਜ ਤੇ ਪਾਣੀ ਤੋਂ ਰਹਿਣ ਨਹੀਂ ਦੇਣਾ, ਔਰ ਉਸੇ ਗੱਲ ਤੇ ਖੜਾ ਹੈ। ਆਉਣ ਵਾਲੇ 3 ਮਹੀਨਿਆਂ 'ਚ ਤੁਸੀਂ ਦੇਖੋਗੇ ਕੋਈ ਇਲਾਕਾ ਨਾ ਇੰਟਰਲੋਕਿੰਗ ਟਾਇਲ ਤੋਂ ਬਿਨਾਂ ਹੋਊਗਾ ਤੇ ਨਾ ਕੋਈ ਇਲਾਕਾ ਸੀਵਰੇਜ ਤੇ ਪੀਣ ਵਾਲੇ ਪਾਣੀ ਦੀ ਪਾਈਪਲਾਈਨ ਤੋਂ ਬਿਨਾਂ ਹੋਊਗਾ। ਠੀਕ ਹੈ, ਵਿਰੋਧੀਆਂ ਨੂੰ ਕਈ ਵਾਰ ਸਾਡੇ ਕੰਮ ਤੇ ਟਿੱਪਣੀ ਕਰਨ ਦੀ ਆਦਤ ਹੁੰਦੀ ਹੈ, ਤਕੜੇ ਹੋਣ ਦੀ ਲੋੜ ਹੈ। ਕਦੇ ਵਾਰ ਅਸੀਂ ਪ੍ਰਚਾਰ 'ਚ ਕਮਜ਼ੋਰ ਰਹਿ ਜਾਂਦੇ ਹਾਂ। ਕਮਜ਼ੋਰੀ ਨਹੀਂ ਰੱਖਣੀ ਆਪਣੇ ਵਿੱਚ, ਆਪਾਂ ਕਿਸੇ ਤੋਂ ਘੱਟ ਨਹੀਂ। ਜੇ ਆਪਾਂ ਸ਼ਰੀਫ ਹੈ ਤੇ ਸ਼ਰਾਫਤ ਦੀ ਵੀ ਤਾਕਤ ਹੁੰਦੀ ਹੈ। ਸ਼ਰਾਫਤ ਦੇ ਨਾਲ ਰਾਜਨੀਤੀ ਕਰਨਾ, ਸ਼ਰਾਫਤ ਦੇ ਨਾਲ, ਸੱਚਾਈ ਨਾਲ, ਮਿਹਨਤ ਨਾਲ ਲੋਕਾਂ ਦੀ ਸੇਵਾ ਕਰਨਾ, ਇਹਦੇ ਵਿੱਚ ਵੀ ਆਪਣੀ ਇੱਕ ਤਾਕਤ ਹੁੰਦੀ ਹੈ। ਆ ਬਾਬਾ ਪੋਥੀ ਵਾਲੇ ਜਿਹਦੇ ਮੰਦਿਰ 'ਚ ਬੈਠੇ ਹੈ ਤੇ ਇਹਨਾਂ ਨੇ ਕਿੰਨਾ ਤਪ ਕੀਤਾ ਹੋਊ ਸਾਰੀ ਜ਼ਿੰਦਗੀ ਕਿ ਆਪਾਂ ਸਾਰੇ ਲੋਕ ਆ ਕੇ ਉਹਦੇ ਨਕਮਸਤਕ ਹੁੰਨੇ। ਕਿੰਨੇ ਲੋਕਾਂ ਨੂੰ ਇਹਨਾਂ ਨੇ ਜ਼ਿੰਦਗੀ ਬਤੀਤ ਕਰਨ ਵਾਸਤੇ ਆਪਣੀ ਸੋਚ ਸਦਕਾ ਆਪਣੇ ਬੱਚਿਆਂ ਵਿੱਚ ਕਿਸ ਤਰੀਕੇ ਦੇ ਸੰਸਕਾਰ ਬਾਬਾ ਪੋਥੀ ਵਾਲਾ ਜੀ ਨੇ ਆਪਣੀ ਸੇਵਾ ਦੇ ਨਾਲ ਭਰੇ ਹੋਣਗੇ, ਇਸ ਗੱਲ ਨੂੰ ਸੋਚਣ ਦੀ ਲੋੜ ਹੈ। ਇਹ ਨਹੀਂ ਕਿ ਅਗਰ ਅਸੀਂ ਕਿਸੇ ਨੂੰ ਅੱਖਾਂ ਕੱਢ ਦਿੰਦੇ ਹਾਂ ਜਾਂ ਕਿਸੇ ਡਾਂਗ ਮਾਰ ਦਿੰਦੇ ਤਾਂ ਹੀ ਰਾਜਨੀਤੀ ਕੀਤੀ ਜਾਂਦੀ ਹੈ। ਉਹ ਵਾਲੀ ਰਾਜਨੀਤੀ ਤਾਂ ਛੋਟੇ ਲੋਕ ਕਰਦੇ ਹੈ। ਮੈਨੂੰ ਨਾ ਕਦੇ ਕਿਸੇ ਕੁਰਸੀ ਦਾ ਲਾਲਚ ਰਿਹਾ। ਲੋਕਾਂ ਨੇ ਕਿਹਾ, ਕਿਸੇ ਨੇ ਸੋਸ਼ਲ ਮੀਡੀਆ ਤੇ ਮੈਸੇਜ ਚਲਾਤਾ ਕਿ ਹੁਣ ਤਾਂ ਸਿੰਗਲੇ ਦੀ ਛੁੱਟੀ ਹੋ ਗਈ। ਮੈਂ ਕਿਹਾ ਕੋਈ ਗੱਲ ਨਹੀਂ, ਛੁੱਟੀ ਕਿਹੜੀ ਹੈ। ਆਪਾਂ ਨਾ ਤਾਂ ਜਦੋਂ ਜੰਮੇ ਸੀ ਨਾ ਤਾਂ ਉਦੋਂ ਮੰਤਰੀ ਸੀ, ਤੇ ਜਦੋਂ ਪੜ੍ਹਦੇ ਸੀ ਨਾ ਉਦੋਂ ਮੰਤਰੀ ਸੀ, ਤੇ ਜਦੋਂ MP ਬਣ ਗਏ ਤਾਂ ਨਹੀਂ ਕਦੇ ਸੋਚਿਆ ਵੀ ਉਰੇ ਬਾਦਲਾਂ ਦੀ ਸਰਕਾਰ ਹੈ। ਜੇ ਵਿਜੇਂਦਰ ਸਿੰਗਲਾ ਨੇ PGI ਲਿਆਂਦਾ 1954 ਤੋਂ ਬਾਅਦ, ਦੂਜਾ ਘਾਵ ਦਾ ਪਿੰਡ ਦੇ ਵਿੱਚ
ਤਾਂ ਉਸ ਵੇਲੇ ਪੰਜਾਬ ਦੇ ਵਿੱਚ ਬਾਦਲ ਦੀ ਅਕਾਲੀ ਦਲ ਦੀ ਸਰਕਾਰ ਸੀ ਤੇ ਵਿਜੇਂਦਰ ਸਿੰਗਲਾ ਨੇ ਲੋਕਾਂ ਦੇ ਪਿਆਰ ਕਰਕੇ, ਲੋਕਾਂ ਦੇ ਆਸ਼ੀਰਵਾਦ ਦੀ ਤਾਕਤ ਦੇ ਤਹਿਤ ਪੀਜੀਆਈ ਦਾ 500 ਕਰੋੜ ਦਾ ਹਸਪਤਾਲ ਸਾਡੇ ਸੰਗਰੂਰ ਦੀ ਘਾਬਦਾ ਦੀ ਜ਼ਮੀਨ ਤੇ ਲਿਆ ਕੇ ਗੱਡਿਆ। ਉਸ ਵੇਲੇ ਕੈਂਸਰ ਦੀ ਬਿਮਾਰੀ ਚੱਲਦੀ ਸੀ ਤੇ ਸਮੁੱਚੇ ਪੰਜਾਬ ਦੇ ਮਾਲਵੇ ਇਲਾਕੇ ਚੋਂ ਪਟਿਆਲਾ ਹੋਵੇ, ਸੰਗਰੂਰ ਹੋਵੇ, ਬਰਨਾਲਾ ਹੋਵੇ, ਮਾਨਸਾ ਹੋਵੇ, ਬਠਿੰਡਾ ਹੋਵੇ, ਮੁਕਤਸਰ ਹੋਵੇ, ਫਰੀਦਕੋਟ ਹੋਵੇ, ਸਾਰੇ ਇਲਾਕਿਆਂ ਚੋਂ ਇੱਕ ਕੈਂਸਰ ਦੀ ਟ੍ਰੇਨ ਮਰੀਜ਼ਾਂ ਦੀ ਭਰ ਕੇ ਬੀਕਾਨੇਰ ਜਾਇਆ ਕਰਦੀ ਸੀ। ਤੇ ਕਿਹਨੇ ਸਮਝੀ ਸਮੱਸਿਆ? ਤੇ ਜੇ ਹਿੰਦੁਸਤਾਨ ਦੇ ਵਿੱਚ ਪਹਿਲਾ ਕੈਂਸਰ ਦਾ ਹਸਪਤਾਲ ਬੰਬੇ ਬਣਿਆ ਸੀ ਨਾ ਟਾਟਾ ਦਾ, ਤੇ ਟਾਟਾ ਦਾ ਦੂਜਾ ਹਸਪਤਾਲ ਸਾਡੇ ਸੰਗਰੂਰ ਦੇ ਵਿੱਚ ਸਾਡੇ ਇਲਾਕੇ ਦੇ ਲੋਕਾਂ ਵਾਸਤੇ ਖੋਲ੍ਹਿਆ। ਇਹ ਕੋਈ ਗੱਲਾਂ ਛੋਟੀਆਂ ਨਹੀਂ ਹੁੰਦੀਆਂ, ਇਹ ਸਾਡੇ ਇਲਾਕਿਆਂ ਦੀਆਂ ਤਰੱਕੀਆਂ ਹੋ ਜਾਂਦੀਆਂ ਇਹਦੇ ਨਾਲ ਇਸ ਪੂਰੇ ਇਲਾਕੇ ਦੀ ਤਰੱਕੀ ਹੋ ਜਾਂਦੀ ਹੈ। ਸਾਡੇ ਨੈਸ਼ਨਲ ਹਾਈਵੇ ਬਣੇ, ਆ ਦਿੱਲੀ ਕਟਰਾ ਹਾਈਵੇ ਬਣ ਰਿਹਾ, ਤੇ ਸਾਡੇ ਕਿਸਾਨ ਭਰਾਵਾਂ ਨੂੰ ਜੋ ਮੁਆਵਜ਼ਾ ਜਿੰਨਾ ਵੱਧ ਤੋਂ ਵੱਧ ਭਾਰਤ ਸਰਕਾਰ ਦੇ ਕਾਨੂੰਨ ਦੇ ਤਹਿਤ ਦਿੱਤਾ ਜਾ ਸਕਦਾ ਸੀ, ਉਸ ਤੋਂ ਵੱਧ ਮੁਆਵਜ਼ਾ ਆਪਣੇ ਕਿਸਾਨ ਭਰਾਵਾਂ ਵਾਸਤੇ ਕਰਨ ਦੀ ਕੋਸ਼ਿਸ਼ ਕੀਤੀ। ਜੇ ਸਾਡੇ ਕਿਸਾਨ ਭਰਾਵਾਂ ਦੀ ਮਦਦ ਹੋਊਗੀ, ਜੇ ਉਹ ਮਜ਼ਬੂਤ ਹੋਣਗੇ, ਤੇ ਤਾਂ ਅਸੀਂ ਕਿਤੇ ਅੱਗੇ ਜਾ ਕੇ ਸਾਡੀ ਪੰਜਾਬ ਦੀ ਆਰਥਿਕਤਾ ਦੇ ਵਿੱਚ ਫਾਇਦਾ ਹੋਊਗਾ। ਦੁਕਾਨਦਾਰ ਭਰਾ ਬੈਠੇ हैं, ਆੜਤੀਏ ਵੀਰ ਬੈਠੇ हैं, ਛੋਟੇ ਦੁਕਾਨਦਾਰ हैं, ਲੇਬਰ ਹੈ। ਜੇ ਕਿਸਾਨ ਦੇ ਖੇਤ ਦੇ ਵਿੱਚ ਲੱਗਣ ਵਾਲੀ ਫਸਲ ਬੰਦ ਹੋ ਗਈ ਨਾ, ਤੇ ਸਾਰਾ ਕੁਝ ਬੰਦ ਹੋ ਜੂ, ਸਭ ਦਾ ਕਾਰੋਬਾਰ ਬੰਦ ਹੋ ਜੂ, ਸਭ ਦੀ ਆਮਦਨ ਬੰਦ ਹੋ ਜੂ। ਇਸੇ ਕਰਕੇ ਜਿਹੜਾ ਕਿਸਾਨੀ ਸੰਘਰਸ਼ ਚੱਲਦਾ ਹੈ, ਸਾਰਾ ਪੰਜਾਬ ਇਕੱਠਾ ਹੋ ਕੇ ਉਸ ਕਿਸਾਨ ਭਰਾਵਾਂ ਦੇ ਨਾਲ ਖੜਾ ਹੈ ਮਜ਼ਬੂਤੀ ਦੇ ਨਾਲ। ਔਰ ਕਾਂਗਰਸ ਪਾਰਟੀ ਦੀ ਸਰਕਾਰ ਨੇ ਕੋਈ ਕਮੀ ਨਹੀਂ ਛੱਡੀ, ਚਾਹੇ ਧਰਨੇ ਲਾਉਣ ਦੀ ਗੱਲ ਆਈ, ਉਹਨਾਂ ਨੂੰ ਸਹਿਯੋਗ ਕਰਨ ਦੀ ਗੱਲ ਆਈ, ਜਿਹੜੇ ਸਾਡੇ ਕਿਸਾਨ ਭਰਾ ਸ਼ਹੀਦ ਹੋ ਗਏ ਸੀ ਉਹਨਾਂ ਦੇ ਬੱਚਿਆਂ ਨੂੰ ਜਾਂ ਪਰਿਵਾਰਾਂ ਨੂੰ ਮਾਲੀ ਮਦਦ ਦੀ ਗੱਲ ਆਈ, ਜਾਂ ਉਹਨਾਂ ਦੇ ਬੱਚਿਆਂ ਨੂੰ ਨੌਕਰੀ ਦੀ ਗੱਲ ਆਈ, ਕਿਸੇ ਗੱਲ 'ਚ ਕੋਈ ਕੋਤਾਹੀ ਨਹੀਂ ਕੀਤੀ। ਇੱਕੋ ਹੀ ਮਨ ਦੇ ਵਿੱਚ ਗੱਲ ਰੱਖੀ ਹੈ ਕਿ ਸਾਡੇ ਉਹ ਕਿਸਾਨ ਭਰਾ ਹੈ, ਉਹ ਗਰੀਬ ਲੋਕ ਹੈ, ਜਿਹੜੇ ਪੰਜਾਬ ਦੀ ਤਰੱਕੀ ਵਾਸਤੇ, ਪੰਜਾਬ ਦੀ ਆਰਥਿਕਤਾ ਵਾਸਤੇ, ਪੰਜਾਬ ਦੇ ਲੋਕਾਂ ਦੇ ਚੰਗੇ ਭਵਿੱਖ ਵਾਸਤੇ ਇਹ 3 ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਵਾਸਤੇ ਦਿੱਲੀ ਦੇ ਬਾਰਡਰ ਦੇ ਉੱਪਰ ਪਿਛਲੇ 8-9 ਮਹੀਨਿਆਂ ਤੋਂ ਬੈਠੇ। ਕਹਿਣ ਦਾ ਮਕਸਦ ਇਹ ਹੈ, ਆਪਾਂ ਸਾਰੇ ਲੋਕ ਜਜ਼ਬਾਤੀ ਲੋਕ हैं। किसी ने कहा कि उरे कई लोग आ जाते हैं, कई चले जाते हैं, ये सारिया पार्टियां च हुंदा है। ਜਦੋਂ ਚੋਣਾਂ ਹੁੰਦੀਆਂ ਨਾ, बहुत सारे लोग कोई पार्टी छड्ड के आ जाता, कोई चले जाता, ਇਹਦੇ ਨਾਲ फर्क नहीं पैंदा ਹੁੰਦਾ। फर्क ਤਾਂ ਉਹਨੂੰ ਪੈਂਦਾ ਹੈ ਜਿਹੜਾ ਚੋਣਾਂ ਦੇ ਵੇਲੇ ਆ ਕੇ ਵੋਟਾਂ ਮੰਗੇ ਤੇ ਫਿਰ ਪਾਰ ਹੋ ਜੇ। ਵਿਜੇਂਦਰ ਸਿੰਗਲਾ ਨੂੰ ਇਸ ਕਰਕੇ ਫਰਕ ਨਹੀਂ ਪੈਂਦਾ ਕਿਉਂਕਿ ਮੈਂ ਤੇ ਮੇਰੀ ਸਾਰੀ ਟੀਮ ਜੋ ਤੁਸੀਂ ਬੈਠੇ ਹੋ, ਆਪਾਂ ਦਿਨ ਰਾਤ ਲੋਕਾਂ ਵਾਸਤੇ ਪਿਛਲੇ 4.5 ਸਾਲ ਤੋਂ ਕੰਮ ਕਰ ਰਹੇ ਹਾਂ। ਪੈਨਸ਼ਨਾਂ ਦੀ ਗੱਲ ਹੋਵੇ, ਸਾਡੇ ਸ਼ਗਨ ਸਕੀਮ ਦੀ ਗੱਲ ਹੋਵੇ, ਸਾਡੇ ਸ਼ਹਿਰ ਦੇ ਨਾਲ ਜੁੜੇ ਹੋਏ ਕਿਸੇ ਵੀ ਸਮੱਸਿਆ ਦੀ ਗੱਲ ਹੋਵੇ, ਹਰ ਚਾਹੇ ਦੁੱਖ ਸੁੱਖ ਦੀ ਗੱਲ ਹੋਵੇ, ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਸਾਰੇ ਲੋਕ ਆਪਣੇ ਉਸ ਇਲਾਕੇ ਦੇ ਲੋਕਾਂ ਦੀ ਉਸ ਮੁਸ਼ਕਿਲ ਦੇ ਵਿੱਚ ਅਸੀਂ ਉਹਨਾਂ ਦੇ ਨਾਲ ਖੜੀਏ। और कोई शायद 4.5 साल कोई ऐसा दिन नहीं आया होना, ये ऐसा वक्त नहीं आया होना। ये ठीक है कि जो सिक्ख्या महकमा सी 2.5 साल तो धरनिया करके साडे इलाके के लोगों को तकलीफ बड़ी हुई, उस गल की भी मैं माफ़ी मंगदा है। भावें मेरा कसूर कोई नहीं सी, पर लेकिन जे धरना लगता सी सरकार के खिलाफ तो तकलीफ तो मेरे इलाके के लोगों को होंदी सी। किसी नूं 1 घंटा खड़ना पैंदा सी, किसी नूं टप के आना पैंदा सी, पर लेकिन मैं समझदा वो मौका मिलिया। जे तुसी आशीर्वाद दिता सी ते तां वजीर बन गए, ते जे एक महकमे दे वजीर सी तां फिर दोवां दे बन गए, ते जे तुसी मौका दिता, कांग्रेस पार्टी ने कैप्टन अमरिंदर सिंह जी ने मौका दिता, तां अज 3 साल मेहनत की ते पंजाब दा सिक्ख्या दा म्यार उपर चक्या। पूरे हिंदुस्तान दे विच अज सिक्ख्या पंजाब दी पहले नंबर दे उपर सरकारी स्कूलों नूं आपां लिया के दिता है। ये वो स्कूल है जिथे साडे बच्चों ने अपनी जिंदगी दा भविख बनना है। ये वो सरकारी स्कूल है जिथे फीस नहीं लगती, पर पहला आपां हर बंदा चाहता है कि मैं अपने बच्चे नूं चंगे स्कूल च पढ़ावां, प्राइवेट स्कूल च पढ़ावां, क्योंकि उत्थे चंगी सिक्ख्या होगी। तो जे अज 7 लाख बच्चा प्राइवेट स्कूल छड्ड के सरकारी स्कूलों च आ गया, तो ये सब तो वड्डी गवाही है कि साडे सरकारी स्कूलों में सिक्ख्या का म्यार उपर चक्या गया और साडे लोगों नूं, साडे बच्चों नूं उत्थों वड्डे पैमाने ते फायदा हो रहा है। सड़कों की गल है,
ਟੋਭਿਆਂ ਦੀ ਗੱਲ ਹੈ, ਵਾਤਾਵਰਣ ਦੀ ਗੱਲ ਹੈ, ਪਿੰਡਾਂ ਦੇ ਵਿੱਚ ਗੰਦੇ ਪਾਣੀ ਦੇ ਟੋਭੇ ਕਰਕੇ ਬਿਮਾਰੀ ਦੀ ਗੱਲ ਹੈ। ਹਰ ਗੱਲ ਨੂੰ ਨੇੜੇ ਤੋਂ ਦੇਖ ਕੇ ਸਮਝ ਕੇ ਉਸ ਦੇ ਉੱਪਰ ਪੈਰਵਾਈ ਕੀਤੀ ਹੈ। ਔਰ ਅੱਜ ਵਕਤ ਆਇਆ ਹੈ ਕਿ ਆਪਾਂ ਸਾਰਿਆਂ ਨੇ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਕੀਤੀ ਹੈ, ਆਪਾਂ ਸਾਰਿਆਂ ਨੇ ਬਾਬਾ ਪੋਥੀ ਵਾਲੇ ਜੀ ਦੇ ਚਰਨਾਂ 'ਚ ਅਰਦਾਸ ਕੀਤੀ ਹੈ। ਅੱਜ ਇਸ ਖੁਸ਼ੀ ਦੇ ਮੌਕੇ ਦੇ ਉੱਪਰ ਆਪਾਂ ਨੂੰ ਆਉਣ ਵਾਲੇ ਸਮੇਂ 'ਚ ਹੋਰ ਤਾਕਤ ਬਖਸ਼ੇ, ਹੋਰ ਹੌਸਲਾ ਬਖਸ਼ੇ ਆਪਣੀ ਜ਼ਿੰਮੇਵਾਰੀ ਨੂੰ ਚੰਗੇ ਤਰੀਕੇ ਨਾਲ ਨਿਭਾਉਣ ਵਾਸਤੇ। ਤੇ ਮੈਂ ਤਾਂ ਤੁਹਾਨੂੰ ਇੱਕੋ ਗੱਲ ਕਹਿਣਾ ਚਾਹੁੰਦਾ, ਤੁਸੀਂ ਇਸ ਇਲਾਕੇ ਵਾਸਤੇ ਮੈਨੂੰ ਕਾਬਲ ਸਮਝਿਆ, ਤੁਸੀਂ ਮੈਨੂੰ ਇਸ ਇਲਾਕੇ ਦੀ ਸੇਵਾ ਦਿੱਤੀ ਤੇ ਮੈਂ ਵੀ ਕਦੇ ਆਪਣੀ ਸੇਵਾ ਦੇ ਵਿੱਚ ਕੋਈ ਕੋਤਾਹੀ ਨਹੀਂ ਕੀਤੀ। ਹੋ ਸਕਦਾ ਹੈ ਕੋਈ ਕਮੀ ਰਹਿ ਗਈ ਹੋਵੇ, ਤੇ ਉਹ ਜਦੋਂ ਕਮੀ ਰਹਿ ਜਾਂਦੀ ਹੈ ਤਾਂ ਸ਼ਾਇਦ ਉਹ ਤਾਂ ਹਰ ਇਨਸਾਨ ਦੇ ਕੰਮ ਦੇ ਵਿੱਚ ਕਰਦੇ ਹੋਏ ਕਈ ਵਾਰ ਕੋਈ ਕਮੀ ਰਹਿ ਜਾਂਦੀ ਹੈ, ਪਰ ਕਮੀਆਂ ਵੀ ਆਪਾਂ ਮਿਲ ਕੇ ਦੂਰ ਕਰਨੀ ਹੈ। ਔਰ ਜੇ ਤੁਹਾਡਾ ਮਨ ਸਾਫ਼ ਹੈ, ਜੇ ਤੁਹਾਡੇ ਮਨ ਦੇ ਵਿੱਚ ਮੇਰੇ ਪ੍ਰਤੀ ਪਿਆਰ ਹੈ, ਤੁਹਾਡੇ ਮਨ ਦੇ ਵਿੱਚ ਮੇਰੇ ਪ੍ਰਤੀ ਆਸ਼ੀਰਵਾਦ ਹੈ, ਤਾਂ ਕੋਈ ਤਾਕਤ ਨਹੀਂ ਜਿਹੜੀ ਆਉਣ ਵਾਲੇ ਸਮੇਂ ਵਿੱਚ ਇਸ ਇਲਾਕੇ ਨੂੰ ਪੰਜਾਬ ਦਾ 1 ਨੰਬਰ ਦਾ ਇਲਾਕਾ ਬਣਨ ਤੋਂ ਰੋਕ ਸਕਦੀ ਹੈ। ਅੱਜ ਭਾਵੇਂ ਸਾਡੇ ਮੁੱਖ ਮੰਤਰੀ ਸਾਹਿਬ ਚੰਨੀ ਸਾਹਿਬ ਆਏ ਹਨ, ਔਰ ਤੁਹਾਨੂੰ ਵੀ ਪਤਾ ਹੈ ਜੇ ਆਪਾਂ ਪਹਿਲਾਂ ਪੈਨਸ਼ਨ ਦੀ ਗੱਲ ਕਰਦੇ ਸੀ ਨਾ, ਤਾਂ 17,000 ਪੈਨਸ਼ਨ ਆਪਾਂ ਇਕੱਲੇ ਸੰਗਰੂਰ ਤੇ ਭਵਾਨੀਗੜ੍ਹ ਚਲਾਈ ਹੈ। 17,000, ਕੋਈ ਪੱਖਪਾਤ ਨਹੀਂ ਕੀਤਾ। ਇਹ ਨਹੀਂ ਕਦੇ ਕਿਹਾ ਕਿ ਇਹ ਪਰਿਵਾਰ ਦੂਜੀ ਪਾਰਟੀ ਨਾਲ ਜੁੜਿਆ ਤੇ ਇਹਨੂੰ ਪੈਨਸ਼ਨ ਨਹੀਂ ਲੱਗਣੀ ਚਾਹੀਦੀ। ਔਰ ਇਹ ਵੀ ਕਹਿਣਾ ਚਾਹੁੰਦਾ 2017 ਤੋਂ ਪਹਿਲਾਂ ਜਿਨ੍ਹਾਂ ਦੀ ਸਰਕਾਰ ਸੀ ਨਾ, ਉਹ 250 ਰੁਪਇਆ ਪੈਨਸ਼ਨ ਦਿੰਦੇ ਸੀ, ਤੇ ਪਿਛਲੇ 4 ਸਾਲ 'ਚ ਕਾਂਗਰਸ ਪਾਰਟੀ ਦੀ ਸਰਕਾਰ ਨੇ 250 ਤੋਂ ਚੱਕ ਕੇ 1500 ਰੁਪਇਆ ਪੈਨਸ਼ਨ ਇਕੱਲੇ ਪਰਿਵਾਰ ਦੀ ਕੀਤੀ ਹੈ। ਅੱਜ 2 ਕਿਲੋਵਾਟ ਦੇ ਬਿਜਲੀ ਦੇ ਲੋਕਾਂ ਦੇ ਘਰਾਂ 'ਚ ਮੀਟਰ ਲੱਗੇ ਹੋਏ ਸੀ, ਤੇ ਕਈ ਬਕਾਏ ਖੜੇ ਸੀ 10-10 15-15 ਸਾਲਾਂ ਦੇ। ਤੇ ਪਿਛਲੇ ਹਫਤੇ ਕੈਬਨਿਟ 'ਚ ਬੈਠ ਕੇ ਫੈਸਲਾ ਕੀਤਾ ਕਿ 2 ਕਿਲੋਵਾਟ ਤੱਕ ਦਾ ਜਿਨ੍ਹਾਂ ਦਾ ਲੋਡ ਹੈ, ਉਹਨਾਂ ਦਾ ਜਿੰਨਾ ਕੋਈ ਬਕਾਇਆ ਲੱਗ ਕੇ ਆਉਂਦਾ ਹੈ ਪਿਛਲੇ ਬਿੱਲ 'ਚ ਆਇਆ ਹੋਇਆ, ਚਾਹੇ ਕੋਈ 10 ਸਾਲ ਪੁਰਾਣਾ ਬਕਾਇਆ ਹੈ, ਚਾਹੇ 15 ਸਾਲ ਪੁਰਾਣਾ ਬਕਾਇਆ ਹੈ, ਮੀਟਰ 2 ਕਿਲੋਵਾਟ ਦਾ ਹੈਗਾ, ਤੇ ਜਿੰਨਾ ਪੁਰਾਣਾ ਬਕਾਇਆ ਸਾਰਾ ਪੰਜਾਬ ਸਰਕਾਰ ਆਪਦੇ ਕੋਲੋਂ ਭਰੂਗੀ ਬਿਜਲੀ ਬੋਰਡ ਦਾ ਪੈਸਾ ਤੁਹਾਡਾ, ਤਾਂ ਕਿ ਸਾਰੇ ਲੋਕਾਂ ਨੂੰ ਆਪਾਂ ਮੁਕਤੀ ਪਾ ਸਕੀਏ। ਇਹ ਗੱਲਾਂ ਕਰਨੀਆਂ ਬਹੁਤ ਔਖੀਆਂ ਹੁੰਦੀਆਂ, ਕਹਿਣਾ ਬਹੁਤ ਆਸਾਨ ਹੈ। ਆ ਦੂਜੀ ਪਾਰਟੀ ਵਾਲੇ ਆਉਂਦੇ ਦਿੱਲੀ ਤੋਂ, ਇਹ ਦਿੱਲੀ ਵਾਲੇ ਪਾਰਟੀ ਵਾਲੇ ਆਉਂਦੇ ਦਿੱਲੀ ਤੋਂ, ਦੂਜੀ ਪਾਰਟੀ ਵਾਲੇ, ਤੇ ਆ ਕੇ ਕਈ ਵਾਰੀ ਲੋਕਾਂ ਨੂੰ ਗੁੰਮਰਾਹ ਕਰਨ ਲੱਗ ਜਾਂਦੇ। ਆਪਾਂ ਕਰੋਨਾ ਭੁਗਤਿਆ ਸਾਰਿਆਂ ਨੇ, ਤੇ ਆਪਾਂ ਸਭ ਦੇ ਘਰਾਂ 'ਚ ਟੀਵੀ ਲੱਗੇ ਹੈ, ਤੇ ਅਸੀਂ ਸਾਰੇ ਆ ਦਿੱਲੀ ਵਾਲਿਆਂ ਦੇ ਬਾਰੇ ਸੁਣਦੇ ਸੀ। ਇਹ ਕਹਿੰਦੇ ਸਿੱਖਿਆ 'ਚ ਬੜਾ ਕੰਮ ਕੀਤਾ ਹੈ, ਇਹ ਕਹਿੰਦੇ ਅਸੀਂ ਸਿਹਤ ਸੇਵਾਵਾਂ ਵਾਸਤੇ ਬੜਾ ਕੰਮ ਕੀਤਾ ਹੈ। ਤੇ ਮੈਂ ਤੁਹਾਨੂੰ ਤਾਂ ਦੱਸਣਾ ਚਾਹੁੰਦਾ, ਕਈ ਵਾਰ ਪਤਾ ਨਹੀਂ ਹੁੰਦਾ, ਇਹ ਦਿੱਲੀ ਦੀ ਜਿਹੜੀ ਦੂਜੀ ਪਾਰਟੀ ਵਾਲੇ ਦੀ ਸਰਕਾਰ ਹੈ ਨਾ, ਇਹ 1250 ਸਕੂਲ ਚਲਾਉਂਦੀ ਹੈ, ਤੇ ਪੰਜਾਬ ਦੀ ਸਰਕਾਰ ਜਿਸ ਦੇ ਵਿੱਚ ਤੁਹਾਡੇ ਇਹ ਸੇਵਾਦਾਰ ਨੂੰ ਮੌਕਾ ਮਿਲਿਆ ਸੀ ਸਿੱਖਿਆ ਵਿਭਾਗ ਦਾ, ਆਪਣੀ ਸਰਕਾਰ 19,000 ਸਕੂਲ ਚਲਾਉਂਦੀ ਹੈ। 1250 ਚਲਾਉਂਦੇ ਆ, ਆਪਾਂ 19,000 ਚਲਾਉਂਦੇ। ਸਿਹਤ ਸੇਵਾਵਾਂ ਦੇ ਵਿੱਚ ਆਪਾਂ ਕਰੋਨਾ 'ਚ ਦੇਖਿਆ ਕਿ ਕਿਸ ਤਰ੍ਹਾਂ ਦਿੱਲੀ 'ਚ ਤਬਾਹੀ ਮਚੀ, ਇਹ ਆਪਾਂ ਸਭ ਨੇ ਦੇਖਿਆ। ਪ੍ਰਚਾਰ ਕਰਨ ਨਾਲ ਕੁਝ ਨਹੀਂ ਹੁੰਦਾ, ਕੰਮ ਕਰਨ ਨਾਲ ਪਤਾ ਲੱਗਦਾ ਕਿ ਕੰਮ ਕਰਨਾ ਕਿੰਨਾ ਔਖਾ ਹੈ। ਅਗਰ ਆਪਾਂ ਉਰੇ 2009 ਦੇ ਵਿੱਚ ਸੋਚ ਰੱਖੀ ਸੀ ਉਰੇ ਹਸਪਤਾਲ ਖੋਲ੍ਹਣ ਦੀ, ਉਸ ਵੇਲੇ ਕਰੋਨਾ ਨਹੀਂ ਆਇਆ ਸੀ। ਅੱਜ ਜਦੋਂ ਕਰੋਨਾ ਆ ਗਿਆ, ਅੱਜ ਹਿੰਦੁਸਤਾਨ ਦਾ ਹਰ ਸੂਬਾ, ਹਰ ਸੂਬੇ ਦਾ ਹਰ ਜ਼ਿਲ੍ਹਾ ਇਹ ਚਾਹੁੰਦਾ ਕਿ ਮੇਰੇ ਇਲਾਕੇ ਦੇ ਵਿੱਚ, ਮੇਰੇ ਜ਼ਿਲ੍ਹੇ ਵਿੱਚ ਬੜਾ ਹਸਪਤਾਲ ਹੋਵੇ, ਤਾਂ ਕਿ ਜੇ ਕਰੋਨਾ ਦੀ ਬਿਮਾਰੀ ਆ ਜਾਏ ਤਾਂ ਅਸੀਂ ਬਚ ਸਕੀਏ। ਪਰ ਵਿਜੇਂਦਰ ਸਿੰਗਲਾ ਨੇ 2009 ਦੇ ਵਿੱਚ ਆ ਕੇ ਮੀਲ ਪੱਥਰ ਗੱਡਿਆ ਸੀ ਆਪਣੇ ਇਲਾਕੇ ਦੇ ਲੋਕਾਂ ਵਾਸਤੇ, ਕਿਉਂਕਿ ਪਤਾ ਹੈ ਕਿ ਸਿਹਤ ਸੇਵਾਵਾਂ ਸਾਡੇ ਇਲਾਕੇ ਵਾਸਤੇ, ਸਾਡੇ ਲੋਕਾਂ ਵਾਸਤੇ ਸਰਕਾਰੀ ਤੌਰ ਤੇ ਘੱਟ ਪੈਸੇ ਵਾਲੀਆਂ ਸਿਹਤ ਸੇਵਾਵਾਂ, ਚੰਗੇ ਡਾਕਟਰਾਂ ਦੇ ਰਾਹੀਂ ਸਿਹਤ ਸੇਵਾਵਾਂ ਹੋਣੀਆਂ ਕਿੰਨੀਆਂ ਜ਼ਰੂਰੀ ਹੈ, ਇਹ ਗੱਲ ਦੀ ਸਮਝ ਹੋਣ ਦੀ ਲੋੜ ਹੈ। ਸੋ ਤੁਸੀਂ ਮੌਕਾ ਦਿੱਤਾ, ਟੀਚਾ ਬਣ ਕੇ ਉਸ ਦੇ ਉੱਪਰ ਕੰਮ ਕੀਤਾ। ਸਾਡੇ ਭਵਾਨੀਗੜ੍ਹ ਦੇ ਵਿੱਚ ਨੌਜਵਾਨ ਬੱਚਿਆਂ ਵਾਸਤੇ ਖੇਡਾਂ ਦਾ ਸਟੇਡੀਅਮ ਹੈ, ਉਹਦੇ ਵਾਸਤੇ ਵੀ ਹੁਣ ਵੱਡਾ ਪੈਸਾ ਹੋਰ ਮਨਜ਼ੂਰ ਕੀਤਾ ਹੈ, ਤਾਂ ਕਿ ਇਹ ਸਾਡਾ ਸਟੇਡੀਅਮ ਸਾਡੀ ਹਰ ਖੇਡ ਵਾਸਤੇ, ਹਰ ਬੱਚੇ ਜਿਹੜੇ ਉੱਥੇ ਖੇਡਣ ਜਾਂਦੇ ਹੈ ਉਹਨਾਂ ਦੀ ਜ਼ਰੂਰਤ ਨੂੰ ਪੂਰਾ ਕਰ ਸਕੇ, ਔਰ ਉਹ ਬੱਚੇ ਚੰਗੇ ਖਿਡਾਰੀ ਬਣ ਕੇ ਬਾਹਰ ਨਿਕਲ ਸਕਣ, ਔਰ ਆਪਣੇ ਆਪ ਨੂੰ ਨਸ਼ੇ ਤੋਂ ਦੂਰ ਰੱਖ ਸਕਣ। ਔਰ ਮੈਂ ਕਹਿਣਾ ਚਾਹੁੰਦਾ, ਪਹਿਲਾਂ ਵੀ ਕਿਹਾ ਸੀ
ਆਪਣੇ ਇਲਾਕੇ ਦੇ ਬੱਚਿਆਂ ਦਾ ਚੰਗਾ ਭਵਿੱਖ ਹੋਵੇ, ਆਪਣਾ ਇਲਾਕਾ ਤਰੱਕੀ ਕਰੇ, ਆਪਣੇ ਇਲਾਕੇ ਦੇ ਜ਼ਰੂਰਤਮੰਦ ਪਰਿਵਾਰਾਂ ਦੀ ਮਦਦ ਕਰਨਾ ਸਾਡੀ ਜ਼ਿੰਮੇਵਾਰੀ ਹੈ। ਔਰ ਮੈਂ ਪਹਿਲਾਂ ਵੀ ਕਿਹਾ ਸੀ ਕਿ ਚਾਹੇ ਸਾਡੀ ਝਨੇੜੀ ਦੀ ਗਊਸ਼ਾਲਾ ਹੈ, ਤੇ ਚਾਹੇ ਸਾਡੇ ਭਵਾਨੀਗੜ੍ਹ ਦੀ ਗਊਸ਼ਾਲਾ ਹੈ, ਤੇ ਚਾਹੇ ਸਾਡੇ ਸੰਗਰੂਰ ਦੀ ਗਊਸ਼ਾਲਾ ਹੈ, ਇਹ ਤਿੰਨੋਂ ਗਊਸ਼ਾਲਾ ਦਾ ਜੋ ਵੀ ਇਹਦੇ 'ਚ ਅਪਗ੍ਰੇਡੇਸ਼ਨ ਹੋਣ ਵਾਸਤੇ ਕੰਮ ਹੈ ਉਹ ਅਸੀਂ ਇਸੇ ਮਹੀਨੇ ਚਾਲੂ ਕਰਨ ਜਾ ਰਹੇ ਹਾਂ, ਤਾਂ ਕਿ ਆਉਣ ਵਾਲੇ 3 ਮਹੀਨਿਆਂ ਦੇ ਵਿੱਚ ਇਹ ਗਊਸ਼ਾਲਾ ਦੇ ਵਿੱਚ ਜਿਸ ਚੀਜ਼ ਦੀ ਲੋੜ ਹੈ ਉਹਨੂੰ ਮੈਂ ਨਿੱਜੀ ਤੌਰ ਤੇ ਦੇਖਾਂਗਾ ਕਿ ਉਹ ਪੂਰਾ ਹੋ ਸਕੇ। ਸਹੀ ਸੇਵਾ ਆਪਾਂ ਗਊ ਮਾਤਾ ਦੀ ਉੱਥੇ ਕਰ ਸਕੀਏ। ਸਾਡੀਆਂ ਸੰਸਥਾਵਾਂ ਵਧੀਆ ਤਰੀਕੇ ਨਾਲ ਕੰਮ ਕਰਦੀਆਂ, ਸਮਾਜ ਸੇਵੀ ਸੰਸਥਾਵਾਂ ਦੇਖੋ ਆ ਕਿੰਨਾ ਸੋਹਣਾ ਹਾਲ ਬਣ ਗਿਆ, ਉਰੇ ਰਹਿਣ ਵਾਸਤੇ ਕਮਰਿਆਂ ਦੀ ਮੰਗ ਆਈ ਸੀ ਉਹ ਬਣ ਗਈ, ਤਾਂ ਕਿ ਇਹ ਜਿਹੜਾ ਸਥਾਨ ਹੈ ਲੋਕਾਂ ਨੂੰ ਪੈਲਸਾਂ ਵਿੱਚ ਜਾ ਕੇ ਖਰਚਾ ਨਾ ਕਰਨਾ ਪਵੇ। ਅੱਜ ਅਗਰਵਾਲ ਭਵਨ ਬਣ ਗਿਆ, ਦੂਜੇ ਪਾਸੇ ਦੁਰਗਾ ਮਾਤਾ ਮੰਦਿਰ ਦੇ ਵਾਸਤੇ ਅਸੀਂ ਹਾਲ ਲਈ ਪੈਸਾ ਦਿੱਤਾ, ਸ਼ਿਵ ਮੰਦਿਰ ਨੂੰ ਆਪਾਂ ਬਹੁਤ ਸੋਹਣਾ ਹਾਲ ਬਣਾ ਰਹੇ ਹਾਂ, ਤਾਂ ਕਿ ਸਾਡੇ ਸ਼ਹਿਰ ਦੇ ਲੋਕਾਂ ਨੂੰ ਜਦੋਂ ਆਪਣੇ ਸੁੱਖ ਦਾ ਦੁੱਖ ਦਾ ਕੋਈ ਪ੍ਰੋਗਰਾਮ ਕਰਨਾ ਹੈ ਉਹਦੇ ਵਾਸਤੇ ਪੈਲਸ ਜਾ ਕੇ ਪੈਸੇ ਖਰਚਣ ਦੀ ਲੋੜ ਨਾ ਪਵੇ। ਔਰ ਮੇਰੀ ਕੋਸ਼ਿਸ਼ ਹੈ ਜਿੰਨੇ ਸਾਡੇ ਭਵਾਨੀਗੜ੍ਹ ਸ਼ਹਿਰ ਦੇ ਗਰੀਬ ਇਲਾਕੇ ਹੈ ਉੱਥੇ ਚਾਹੇ ਕੋਈ ਛੋਟੀ ਧਰਮਸ਼ਾਲਾ ਹੈ ਤੇ ਚਾਹੇ ਕੋਈ ਵੱਡੀ ਧਰਮਸ਼ਾਲਾ ਹੈ, ਉਹਨੂੰ ਇਸ ਤਰੀਕੇ ਦੀ ਬਣਾ ਦੇਣਾ ਤਾਂ ਕਿ ਕਿਸੇ ਨੂੰ ਬਾਹਰ ਜਾ ਕੇ ਕੋਈ ਕੰਮ ਕਰਨ ਦੀ ਲੋੜ ਨਾ ਪਵੇ, ਆਪਣਾ ਪ੍ਰੋਗਰਾਮ ਉੱਥੇ ਕਰ ਸਕਣ ਔਰ ਉਹਨਾਂ ਲੋਕਾਂ ਦੇ ਪੈਸੇ ਬਚ ਸਕਣ। ਇਹ ਗੱਲਾਂ ਸੋਚਣ ਦੀਆਂ ਹੁੰਦੀਆਂ। ਔਰ ਇਸ ਤੋਂ ਇਲਾਵਾ ਵੀ ਜਿਹੜੀ ਵੀ ਗੱਲ ਕੋਈ ਮੇਰੇ ਹੋਰ ਧਿਆਨ 'ਚ ਆਊਗੀ ਸ਼ਹਿਰ ਦੇ ਨਾਲ ਜੁੜੀ ਹੋਈ, ਉਸ ਨੂੰ ਪਹਿਲ ਦੇ ਆਧਾਰ 'ਤੇ ਆਪਾਂ ਪੂਰਾ ਕਰਾਂਗੇ। ਮਿਲ ਕੇ ਆਉਣ ਵਾਲਾ ਜੋ ਸਮਾਂ ਸਾਡੇ ਕੋਲ 4-5 ਮਹੀਨਿਆਂ ਦਾ, ਛੋਟੀਆਂ ਮੋਟੀਆਂ ਗੱਲਾਂ ਕਈ ਵਾਰ ਆਪਸ ਦੇ ਵਿੱਚ ਵੀ ਫਰਕਰਾਤ ਹੋ ਜਾਂਦੇ ਹੈ, ਕੋਈ ਤਾਂ ਮੇਰੇ ਨਾਲ ਹੀ ਨਾਰਾਜ਼ ਹੋ ਜਾਂਦਾ ਹੈ, ਕੋਈ ਆਪਸ 'ਚ ਹੋ ਜਾਂਦਾ ਹੈ। ਇਹ ਗੱਲਾਂ ਨੂੰ ਆਪਾਂ ਨੂੰ ਮਿੱਟੀ ਪਾਣੀ ਪੈਣੀ ਹੈ। ਪਰਮਾਤਮਾ ਨੇ ਆਪਣੇ 'ਤੇ ਬੜੀ ਕਿਰਪਾ ਕੀਤੀ ਹੈ, ਬਹੁਤ ਸਾਰੇ ਲੋਕਾਂ ਦੇ ਮੂੰਹ ਬੰਦ ਕੀਤੇ ਹੈ, ਬਹੁਤ ਸਾਰੇ ਲੋਕਾਂ ਦੇ ਮੂੰਹ ਬੰਦ ਕੀਤੇ ਹੈ, ਬਹੁਤ ਸਾਰੇ ਲੋਕਾਂ ਨੇ ਸਾਡੀ ਮੁਖਾਲਫਤ ਵੀ ਕੀਤੀ ਹੈ, ਪਰ ਲੇਕਿਨ ਇਹ ਗੁਰੂ ਮਹਾਰਾਜ ਦਾ ਆਸ਼ੀਰਵਾਦ ਸੀ ਤੇ ਤੁਹਾਡਾ ਸਾਰਿਆਂ ਦਾ ਪਿਆਰ ਤੇ ਸਤਿਕਾਰ ਸੀ, ਜਿਸ ਦੇ ਕਰਕੇ ਆਪਾਂ ਇਸ ਜੰਗ 'ਚੋਂ ਜਿੱਤ ਕੇ ਨਿਕਲ ਕੇ ਆਏ हैं। ਔਰ ਬੜੀ ਪਰਮਾਤਮਾ ਦੀ ਮਿਹਰ ਆਪਣੇ ਦੇ ਉੱਪਰ ਹੋਈ ਹੈ। ਔਰ ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਮੇਰਾ ਸਾਥ ਉਸੇ ਤਰੀਕੇ ਨਾਲ ਦਿੰਦੇ ਰਹੋਗੇ ਜਿਵੇਂ ਤੁਸੀਂ ਪਹਿਲਾਂ ਦਿੰਦੇ ਰਹੇ ਹੋ। ਔਰ ਜੋ ਮੇਰਾ ਸੁਪਨਾ ਇਸ ਇਲਾਕੇ ਵਾਸਤੇ, ਤੁਹਾਡੇ ਵਾਸਤੇ, ਉਸ ਨੂੰ ਆਉਣ ਵਾਲੇ ਸਮੇਂ 'ਚ ਮੈਂ ਪੂਰਾ ਕਰਕੇ ਤੁਹਾਡੇ ਚਰਨਾਂ 'ਚ ਰੱਖ ਸਕਾਂ। ਇੰਨੀਆਂ ਗੱਲਾਂ ਕਹਿੰਦਾ ਹੋਇਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।